ਸਰਵਨ ਕੀਤਾ ਹੈ ਜੋ ਮਾਲਕ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੇ ਹਨ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹੁਕਮ। ਜੋ ਸਾਧ ਸੰਗਤ ਜੀਓ ਅੱਜ ਦਾ ਦਿਹਾੜਾ ਹੈ, ਮੀਰੀਆਂ ਪੀਰੀਆਂ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਦੇ ਦੁਆਰਾ ਜੋ ਪਾਵਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਗਈ, ਅਕਾਲ ਤਖਤ ਸਾਹਿਬ ਦੀ ਸਿਰਜਣਾ ਦਾ ਦਿਹਾੜਾ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਤੀਸਰੇ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਓ ਨੇ ਪਾਵਨ ਪਵਿੱਤਰ ਤਖਤ ਦੀ, ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। किसी राज न हाथ लगायो, बुढ़ा और गुरदास बनायो। भाव के उस दी जो सिरजना सी ਉਹਦੇ ਵਿੱਚ ਹੋਰ ਕਿਸੇ ਨੂੰ नहीं लाया गया, किसी राज मिस्त्री ਨੂੰ नहीं लाया गया। सतगुरु महाराज सच्चे पातशाह जियां दे हुक्मां दी तामील करदियां भाई गुरदास साहिब जी, बाबा बुढ़ा साहिब जियां ने ਉਹ आप जिहड़ा सदीवी तख्त है ਉਹਦੀ रचना गुरु के अनन सिखा ने कीती। साध संगत जीओ, पावन पवित्र जो मुबारक अस्थान है श्री अकाल तख्त साहिब, इउं नहीं है कि केवल बाकी इमारतां दी न्याई जां केवल एक इमारत है, कोई स्थान बनया इस प्रकार है, वो एक सिद्धांत है। पंचम गुरुदेव महाराज जियों के पावन पवित्र स्थान सचखंड श्री हरमंदर साहिब प्रथम बने हैं। धन गुरु रामदास सोढी सुल्तान सच्चे पातशाह जियों के पावन पवित्र दरबार। ਅੱਜ ਵੀ ਆਪਾਂ ਜਦੋਂ ਹਰਮੰਦਰ ਸਾਹਿਬ ਪਾਵਨ ਪਵਿੱਤਰ ਸਥਾਨਾਂ ਤੇ ਦੀਦਾਰ ਕਰਨ ਵਾਸਤੇ ਜਾਂਦੇ ਹਾਂ, ਦੋ ਨਿਸ਼ਾਨ ਸਾਹਿਬ ਝੂਲਦੇ ਹਨ, ਇੱਕ ਮੀਰੀ ਦਾ ਤਥਾ ਇੱਕ ਪੀਰੀ ਦਾ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਓ ਦੀ ਉਸ ਵਕਤ 11 ਸਾਲ ਦੀ ਆਰਬਲਾ ਸੀ ਜਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ। 1595 ਨੂੰ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਅਵਤਰਨ ਨੇ ਔਰ ਸਨ 1606 ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਾਹੌਰ ਸ਼ਹਾਦਤ ਹੋਈ। ਬੜਾ ਇੱਕ ਐਸਾ ਸਾਹਮਣੇ ਸਮਾਂ ਆਇਆ ਕਿ ਪਾਤਸ਼ਾਹ ਹੁਣ ਕੀ ਬਣੇਗਾ। ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਤਖਤ ਤੇ ਬੈਠਦੇ ਹਨ। ਪੰਜਵੇਂ ਗੁਰਦੇਵ ਮਹਾਰਾਜ ਜੀਆਂ ਦਾ ਜਿਹੜਾ ਹੁਕਮ ਸੀ ਵੀ ਹੁਣ ਜੋ ਅਗਾ ਜਿਸ ਪ੍ਰਕਾਰ ਚੱਲਣਾ ਹੈ, ਅਗਾ ਹੁਣ ਸ਼ਸਤਰਧਾਰੀ ਹੋ ਕੇ ਸਮਾਂ ਇਸ ਪ੍ਰਕਾਰ ਜੀਵਤ ਤੁਸਾਂ ਨੇ ਸਮਾਂ ਬਸਰ ਕਰਨਾ ਹੈ, ਸ਼ਸਤਰਧਾਰੀ ਹੋਣਾ ਹੈ। ਸੋਚਣ ਲੱਗੇ ਮਹਾਰਾਜ ਵੀ ਆਪਣੇ ਕੋਲ ਤਾਂ ਗਿਣਤੀ ਬਹੁਤ ਘੱਟ ਹੈ, ਆਪਾਂ ਤਾਂ ਕੇਵਲ ਥੋੜੀ ਗਿਣਤੀ ਵਿੱਚ ਮਾਝੇ ਵਿੱਚ ਹੀ ਹਾਂ, ਤੇ ਸਲਤਨਤ ਦੂਸਰੇ ਪਾਸੇ ਜਿਹੜੀ ਹਿੰਦੁਸਤਾਨ ਦੀ ਸਲਤਨਤ ਉਹ ਤਾਂ ਬੜੀ ਵੱਡੀ ਗਿਣਤੀ ਵਿੱਚ ਹੈ। ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹੋ ਉਸ ਵਕਤ ਸਮਝਾਇਆ ਕਿ ਭਾਵੇਂ ਲੱਕੜਾਂ ਦੀ ਵੱਡਾ ਢੇਰ ਹੋਵੇ, ਗਿਣਤੀ ਵੱਡੀ ਹੋਵੇ, ਪਰ ਉਹਨੂੰ ਸਾੜਨ ਵਾਸਤੇ ਥੋੜੀ ਜੀ ਚੰਗਿਆੜੀ ਦੀ ਲੋੜ ਪੈਂਦੀ ਹੈ, ਬਹੁਤੀ ਅੱਗ ਦੀ ਲੋੜ ਨਹੀਂ ਪੈਂਦੀ। ਪਾਣੀ ਵਗਦਾ ਹੋਵੇ ਨਦੀ ਦੇ ਅੰਦਰ, ਜਿਹੜੀ ਥਾਂ ਤੇ ਪੱਥਰ ਅੜਦਾ ਹੈ ਨਾਲ ਉੱਥੇ ਝਰਨਾ ਬਣਦਾ ਹੈ ਤੇ ਉੱਥੇ ਲੋਕ ਆਣ ਕੇ ਵੇਖਣ ਵਾਸਤੇ ਆਉਂਦੇ ਹਨ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇਹੋ ਸਮਝਾਇਆ ਕਿ ਮਤ ਤੁਸੀਂ ਸੋਚੋ ਕਿ ਤੁਸੀਂ ਥੋੜੀ ਗਿਣਤੀ ਦੇ ਵਿੱਚ ਹੋ, ਗਿਣਤੀ ਬਹੁਤ ਹੈ। ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਜਿੱਥੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਮਹਾਰਾਜ ਜੀ ਪਹਿਨਦੇ ਹਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਰਵਾਈ ਹੈ। ਇਹ ਇੱਕ ਸਿੱਖ ਦੇ ਰਾਜ ਸੀ ਜੋ ਗੁਣ ਦੀ ਨਿਸ਼ਾਨੀ, ਜਿੱਥੇ ਪੀਰੀ ਭਗਤੀ ਦਾ ਨਿਸ਼ਾਨ ਹੈ, ਮੀਰੀ ਨਾਲ ਸੰਤ ਸਿਪਾਹੀ ਦਾ ਜੋ ਨਾਲ ਮਹਾਰਾਜ ਜੀਆਂ ਨੇ ਨਿਸ਼ਾਨ ਬਖਸ਼ਿਸ਼ ਕੀਤਾ। ਔਰ ਵੱਡੀ ਗੱਲ ਇਹਦੇ ਅੰਦਰ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਕੇਵਲ ਇੱਕ ਇਮਾਰਤ ਦੇ ਤੌਰ ਤੇ ਨਹੀਂ, ਇਹ ਇੱਕ ਸਿਧਾਂਤ ਹੈ। सतगुरु महाराज जियों के पावन पवित्र मुबारक स्थान श्री अकाल तख्त साहिब का पावन पवित्र स्थान। कोई बार जो पिछे आपा इतिहास दे अंदर जिस वक्त गुरु का खालसा जंगलों बेलियां दे अंदर सी, कई बार आप उत्थे इतिहासक घटनावां वेखदे हाँ कि कोई गलबात होनी, गुरु के खालसे समुचे पंथ ने उस अस्थान ते इकट्ठे होना, भावें कोई फरियादी रूप दे अंदर होया होवे, उहदी गलबात उत्थे सरवण करनी, किसी ने आण के बेनती कीती होवे सतगुरु महाराज जी दे पावन पवित्र उस अस्थान ते, तां गुरु का खालसा उत्थे इकत्तर हो करके महाराज जी का पावन पवित्र श्री अकाल तख्त साहिब का जो अज सिरजना दिवस महाराज धन धन श्री गुरु हरगोबिंद महाराज जी के पावन पवित्र आदेश के अनुसार दिल्ली के तख्त तो उच्चा तख्त, क्योंकि उस वक्त ना तो किसी नूं घोड़ियां उपर सवारी करन दी आग्या सी, जिवें अज भी कई राज्यां दे अंदर है, कहंदे शूदर जो हन वो घोड़ी की सवारी नहीं कर सकते। धन गुरु हरगोबिंद महाराज सच्चे पातशाह जी ने उस वक्त दिल्ली दे जो तख्त तो बादशाह के सिंघासन तो उच्चा तख्त महाराज जी ने बनवाया। और अजिहा होण लग पिया भी जेड़े जेड़े कोई आपस दे अंदर झगड़े सन, कोई रौले सन, वो महाराज जियां दे तख्त दे उपर उत्थे आण के ही उन्हां दे जिहड़े फैसले होने शुरू हो गए। भाव के सीधा सीधा मतलब ये सी भी दिल्ली दे तख्त नूं वंगार सी। कोई भी उस वक्त जे कोई किसी दा रौला हुंदा, बादशाह दे सामने पेश होण दे नालों धन गुरु हरगोबिंद महाराज जियां दे दरबार विच पेश होना वो बेहतर समझदा। जिथों उन्हों इंसाफ की आस जिन्हों उथों मिलती सी, पातशाह जियां दे पावन पवित्र दरबार विच आण के हाजिर हुंदा। महाराज जियां दे पावन पवित्र स्थान ते उत्थे हक सच दा महाराज जी नबेड़ा करवाउंदे। साध संगत जीओ, अज भी उस तरह महाराज जियां दे जिहड़े ये सिद्धांत हन अज भी हन। गुरु का खालसा उन्हां पावन पवित्र सिद्धांत दे उपर महाराज जियां दे जिहड़ियां जिहड़ियां सानू बख्शिशां दित्तियां होईयां हन, बस लोड़ है उन्हां अकीदियां दे उपर तुरन दी, लोड़ है अपनी ओ जो महाराज जियां ने रहमत कीती उन्हां पाए हुए पूरनियां उपर चलण दी। सो साध संगत जीओ, अज दा इह दिहाड़ा है श्री अकाल तख्त साहिब दी सिरजना दा। आओ पावन पवित्र अमृत वेले आए हुए पावन श्री मुखवाक धन धन श्री गुरु रामदास सोढ़ी सुल्तान सच्चे पातशाह राग धनासरी अंदर महाराज जी ने रहमत कीती है। करो मन बिरतियां नूं एकागर, उचारण करो जी सतनाम श्री वाहे वाहिगुरु साहिब जी। सतनाम श्री वाहिगुरु साहिब जी। धनासरी महला चौथा। हम अंधुले अंध बिखुराते, क्यों चल है गुर चाली। राग धनासरी धन धन श्री गुरु रामदास सोढ़ी सुल्तान सच्चे पातशाह महाराज। प्रथम पंक्ति अंदर रहमत कीती, हम अंधुले अंध बिखै बिकराते, क्यों चल है गुर चाली। हे मेरे मालक जी,
ਅਸੀਂ ਨੇਤਰਹੀਨ ਹਾਂ, ਦਿਖਾਈ ਕੁਛ ਨਹੀਂ ਦਿੰਦਾ, ਅੰਧਲੇ ਅੰਧ। ਔਰ ਦੂਸਰਾ, ਬਿਖਾ ਬਿਖ ਰਾਤੇ ਜ਼ਹਿਰ ਦੇ ਅੰਦਰ ਸਸੀਂ ਰੱਤੇ ਹੋਏ ਹਾਂ। ਜੋ ਜ਼ਹਿਰ ਦੀਆਂ ਗੰਧਲਾਂ ਹਨ ਉਹ ਸਾਡੇ ਮਨ ਨੂੰ ਭਾਉਂਦੀਆਂ ਹਨ, ਭਾਵ ਵਿਕਾਰ ਸਾਡੇ ਅੰਦਰ ਨੂੰ ਭਾਉਂਦੇ ਹਨ, ਨਾਮ ਬਾਣੀ ਭਾਉਂਦਾ ਨਹੀਂ ਹੈ। ਮਹਾਰਾਜ ਵਿਕਾਰ ਚੰਗੇ ਲੱਗਦੇ ਹਨ, ਜ਼ਹਿਰ ਦੀਆਂ ਗੰਧਲਾਂ ਜਿਹੜੀਆਂ ਹਨ ਉਹ ਚੰਗੀਆਂ ਲੱਗਦੀਆਂ ਹਨ। ਹਮ ਅੰਧਲੇ ਅੰਧ ਬਿਖਾ ਬਿਖ ਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਮਹਾਰਾਜ ਤੁਹਾਡੇ ਦੱਸੇ ਹੋਏ ਰਸਤੇ ਉੱਪਰ ਕਿਵੇਂ ਚੱਲ ਸਕਦੇ ਹਾਂ? ਨੇਤਰਹੀਨ ਹਾਂ, ਦਿਖਾਈ ਕੁਛ ਨਹੀਂ ਦਿੰਦਾ, ਰਸਤੇ ਤੋਂ ਭਟਕੇ ਹੋਏ ਹਾਂ। ਅਸਲ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤਾਂ ਪਰਿਪੂਰਨ ਪਰਮਾਤਮਾ ਦਾ ਆਪ ਸਵਰੂਪ ਹਨ। ਪਾਤਸ਼ਾਹ ਜੀ ਤਾਂ ਸਾਨੂੰ ਰਸਤਾ ਦੱਸ ਰਹੇ ਹਨ ਵੀ ਕਿਸ ਪ੍ਰਕਾਰ ਦੇ ਨਾਲ ਗੁਰੂ ਕੋਲ ਆਣ ਕੇ ਘਗਿਆ ਕੇ ਕਿਸ ਪ੍ਰਕਾਰ ਨਾਲ ਬੇਨਤੀ ਕਰਨੀ ਹੈ, ਕਿਵੇਂ ਬਿਨਾਂ ਬੇਨਤੀ ਵਿੱਚ ਜੁੜਨਾ ਹੈ। ਮਹਾਰਾਜ ਕਿਉਂ ਚੱਲ ਹੈ ਗੁਰ ਚਾਲੀ, ਭਾਵ ਕਿਉਂ ਦੇ ਇੱਥੇ ਅਰਥ ਹਨ, ਕਿਵੇਂ ਚੱਲੀਏ, ਕਿਸ ਪ੍ਰਕਾਰ ਦੇ ਨਾਲ ਤੁਹਾਡੇ ਦੱਸੇ ਹੋਏ ਰਸਤੇ ਦੇ ਉੱਪਰ ਅਸੀਂ ਪਾਂਧੀ ਕਿਵੇਂ, ਆਪ ਜੀਓਂ ਦੇ ਪੰਥ ਦੇ ਪਾਂਧੀ ਕਿਵੇਂ ਬਣ ਸਕਦੇ ਹਾਂ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਮਹਾਰਾਜ ਸਤਿਗੁਰੂ ਜੀ ਰਹਿਮਤ ਕਰਨ, ਵੱਡੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਹਿਮਤ ਕਰੇ, ਦਇਆ ਕਰੇ, ਸੁਖਾਂ ਦਾ ਦਾਤਾ ਕਿਰਪਾ ਕਰੇ। ਹਮ ਲਾਵੈ ਆਪਨ ਪਾਲੀ, ਪਾਲੀ ਕਹਿੰਦੇ ਹਨ ਭਾਈ ਸਾਨੂੰ ਆਪਣੇ ਪੱਲੇ ਨਾਲ ਜੋੜ ਲੈਣ। ਹਮ ਲਾਵੈ ਸਾਨੂੰ ਪੱਲੇ ਨਾਲ ਜੋੜ ਲੈਣ। ਕੋਈ ਨੇਤਰਹੀਨ ਆਦਮੀ ਤੁਰਿਆ ਹੋਵੇ, ਰਸਤਾ ਨਵਾਂ ਹੋਵੇ, ਪਤਾ ਨਾ ਹੋਵੇ, ਤੇ ਜਿਹੜਾ ਨਾਲ ਰਸਤਾ ਦੱਸਦਾ ਹੈ ਭਾਈ ਉਹ ਜਿਵੇਂ ਜਿਵੇਂ ਰਸਤਾ ਦੱਸੇਗਾ ਉਸੇ ਪ੍ਰਕਾਰ ਦੇ ਨਾਲ ਉਹ ਤੁਰਿਆ ਜਾਏਗਾ। ਕਹੇਗਾ ਭਾਈ ਟੋਇਆ ਆਇਆ ਹੈ, ਉਹ ਛਾਲ ਮਾਰੇਗਾ। ਦੱਸੇਗਾ ਭਾਈ ਰਸਤਾ ਗਿੱਲਾ ਹੈ, ਧਿਆਨ ਨਾਲ, ਉਹ ਧਿਆਨ ਨਾਲ ਤੁਰੇਗਾ। ਮਹਾਰਾਜ ਕਹਿਣ ਲੱਗੇ ਜਿਵੇਂ ਸਾਨੂੰ ਆਪ ਮੇਰਾ ਗੁਰੂ ਜਿਵੇਂ ਜਿਵੇਂ ਸਾਨੂੰ ਤੋਰੇਗਾ ਅਸੀਂ ਉਸ ਪ੍ਰਕਾਰ ਦੇ ਨਾਲ ਤੁਰਾਂਗੇ। ਗੁਰਦੇਵ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਬੋਲ, ਹਮ ਅੰਧਲੇ ਅੰਧ ਬਿਖਾ ਬਿਖ ਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਸਾਨੂੰ ਆਪਣੇ ਪੱਲੇ ਨਾਲ ਜੋੜ ਲਵੇ। ਪੱਲੇ ਨਾਲ ਜੋੜ ਲਏ ਤੋਂ ਭਾਵ ਵੀ ਆਪਣੇ ਮੁਬਾਰਕ ਦੱਸੇ ਹੋਏ ਰਸਤੇ ਉੱਪਰ ਤੋਰ ਲਵੇ। ਜਿਸ ਜਿਸ ਪਾਸੇ ਗੁਰੂ ਮੇਰਾ ਪ੍ਰੇਰਿਤ ਕਰੇ ਉਸੇ ਉਸੇ ਪਾਸੇ ਮੈਂ ਤੁਰਦਾ ਜਾਵਾਂ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਬਾਣੀ ਵਿੱਚ ਇੱਕ ਥਾਂ ਬੇਨਤੀ ਕਰਦੇ ਹਨ, ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗੈ ਲਿਹੂ ਅੰਗੁਰੀਆ, ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਮੇਰੇ ਮਹਾਰਾਜ ਡੁੱਬੇ ਪਏ ਹਾਂ ਵਿਕਾਰਾਂ ਵਿੱਚ, ਔਰ ਇੰਨਾ ਕੁ ਡੁੱਬੇ ਹੋਏ ਹਾਂ ਕੇਵਲ ਉਂਗਲਾਂ ਦੇ ਪੋਟੇ ਕੇਵਲ ਬਾਹਰ ਹਨ। ਤੁਹਾਡੀਆਂ ਬਾਹਾਂ ਵਿੱਚ ਜ਼ੋਰ ਹੈ, ਭੁਜ ਬਲ ਵੀਰ, ਬਲ ਵੀਰ ਤੁਹਾਡੀਆਂ ਬਾਹਾਂ ਵਿੱਚ, ਭੁਜਾਵਾਂ ਵਿੱਚ ਬੜਾ ਬਲ ਹੈ। ਮਾਲਕ ਜੀ ਰਹਿਮਤ ਕਰੋ ਸਾਨੂੰ, ਇਸੇ ਪ੍ਰਕਾਰ ਨਾਲ ਹੀ ਤੁਸੀਂ ਬਾਹਰ ਕੱਢ ਲਓ। ਪਰ ਜਦੋਂ ਸਾਨੂੰ ਤੁਸੀਂ ਬਾਹਰ ਕੱਢੋਗੇ, ਇੰਨੀ ਕਿਰਪਾ ਹੋਰ ਕਰਿਓ, ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਮੇਰੇ ਮਾਲਕ ਜੀ ਨਾ ਵੇਖਣੀ ਚੰਗੀ ਹੈ ਨਾ ਸੁਣਨੀ ਚੰਗੀ ਹੈ। ਮਹਾਰਾਜ ਮੇਰੇ ਅੰਦਰ ਕੋਈ ਗੁਣ ਨਹੀਂ, ਆਪ ਰਹਿਮਤ ਕਰੋ, ਸਾਨੂੰ ਆਪਣੇ ਪੱਲੇ ਨਾਲ ਜੋੜ ਲਓ। ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਮੇਰੇ ਮਾਲਕ ਜੀ ਆਪ ਸਾਨੂੰ ਏਦਾਂ ਹੀ ਆਪਣੇ ਘਰ ਵਿੱਚ ਥਾਂ ਦੇ ਦੇਵੋ। ਸਤਿਗੁਰ ਦਇਆ ਕਰੇ ਸੁਖ ਦਾਤਾ, ਸੁਖਾਂ ਦਾ ਦਾਤਾ ਗੁਰੂ ਰਹਿਮਤ ਕਰੇ। ਹਮ ਲਾਵੈ ਆਪਣ ਪਾਲੀ, ਸਾਨੂੰ ਆਪਣੇ ਪੱਲੇ ਨਾਲ ਜੋੜ ਲਵੇ।
ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਇਹ ਸ਼ਬਦ ਅਕਸਰ ਜਦੋਂ ਬੱਚਾ ਬੱਚੀ ਦੇ ਆਨੰਦ ਕਾਰਜ ਹੁੰਦੇ ਹਨ ਤੇ ਭਾਈ ਸਾਹਿਬ ਉੱਥੇ ਸ਼ਬਦ ਪੜ੍ਹਦੇ ਹਨ, ਪੱਲੇ ਮੈਂ ਤੈਂਡੇ ਲਾਗੀ, ਹੱਬੇ ਸਾਕ ਕੁੜਾਵੇ ਡਿੱਠੇ, ਪੱਲੇ ਤੈਂਡੇ ਲਾਗੀ। ਭਾਵੇਂ ਕਿ ਉਹ ਬਾਹਰੀ ਤੌਰ ਤੇ ਜਦੋਂ ਪੱਲਾ ਪਕੜਾਇਆ ਗਿਆ ਬੱਚੇ ਦਾ ਬੱਚੀ ਨੂੰ, ਉਸ ਵਕਤ ਇਹ ਸ਼ਬਦ ਗਾਇਨ ਕੀਤਾ ਗਿਆ, ਪਰ ਜਿਹੜਾ ਇਹਦਾ ਭਾਵ ਹੈ ਸਾਧ ਸੰਗਤ ਜੀ, ਉੱਥੇ ਵੀ ਭਾਵ ਜੀਵ ਰੂਪੀ ਆਤਮਾ ਦਾ ਪਰਿਪੂਰਨ ਪਰਮਾਤਮਾ ਦੇ ਘਰ ਦੇ ਨਾਲ ਮੇਲ ਦੀ ਬਾਤ ਹੈ। ਉੱਥੇ ਵੀ ਜਿਹੜਾ ਇਹ ਪੱਲਾ ਦੁਨਿਆਵੀ ਪੱਲਾ ਨਹੀਂ, ਉੱਥੇ ਵੀ ਉਸ ਪੱਲੇ ਦੀ ਗੱਲ ਕੀਤੀ ਮਹਾਰਾਜ ਵੀ ਆਪ ਜੀਆਂ ਦਾ ਪੱਲਾ ਮੈਂ ਨਾ ਛੱਡਾਂ, ਆਪ ਜੀਆਂ ਦੇ ਘਰ ਦਾ ਆਸਰਾ ਮੈਂ ਨਾ ਕਦੇ ਵੀ ਛੱਡਾਂ। ਹੱਬੇ ਸਾਕ ਕੁੜਾਵੇ ਡਿੱਠੇ ਤਾਂ ਪੱਲੇ ਤੈਂਡੇ ਲਾਗੀ। हे ਮੇਰੇ ਮਹਾਰਾਜ ਮਲਕ ਜੀ, ਉਹ ਆਪ ਜੀਆਂ ਦੇ ਮੈਂ ਪੱਲੇ ਨੂੰ ਪਕੜਿਆ ਹੈ, ਸੰਸਾਰ ਦੇ ਸਭੇ ਰਿਸ਼ਤੇ ਵੇਖ ਲਏ ਹਨ, ਦੁਨਿਆਵੀ ਰਿਸ਼ਤਿਆਂ ਦੀ ਸੋਝੀ ਪਈ ਹੈ, ਇਹ ਤੋੜ ਨਿਭਣ ਵਾਲੇ ਨਹੀਂ, ਥੋੜ ਸਮੇਂ ਦੇ ਹਨ, ਮਾਇਆ ਦੇ ਆਸਰੇ ਟਿਕੇ ਹੋਏ ਹਨ। ਮਹਾਰਾਜ ਮੈਂ ਹੁਣ ਆਪ ਜੀਆਂ ਦੇ ਘਰ ਦੇ ਨਾਲ ਮੈਂ ਆਪ ਜੀਆਂ ਦਾ ਪੱਲਾ ਪਕੜਦਾ ਹਾਂ, ਮੈਂ ਆਪ ਜੀਆਂ ਦੇ ਆਸਰੇ ਤੇ ਹਾਂ। ਪਾਲੀ ਦੇ ਅਰਥ ਮੈਨੂੰ ਆਪਣੇ ਪਾਸੇ ਆਪਣੇ ਪੱਲੇ ਨਾਲ ਮਾਲਕ ਜੀ ਕਿਰਪਾ ਕਰਕੇ ਜੋੜ ਲਵੋ, ਤੇ ਫਿਰ ਜਿਹੜਾ ਜਿਹੜਾ ਰਸਤਾ ਆਪ ਤੁਸੀਂ ਸਾਨੂੰ ਦਰਸਾਓਗੇ। ਹੁਣ ਨੇਤਰਹੀਨ ਨੇ ਕਿਵੇਂ ਤੁਰਨਾ ਹੈ? ਨੇਤਰਹੀਨ ਨੇ ਤਾਂ ਜਿਹੜੇ ਜਿਹੜੇ ਪਾਸੇ ਤੁਰਨ ਵਾਲਾ ਤੁਰੇਗਾ ਉਸੇ ਉਸੇ ਪਾਸੇ ਨੂੰ ਤੁਰਦਾ ਜਾਏਗਾ। ਮਹਾਰਾਜ ਕਹਿਣ ਲੱਗੇ, ਮਾਲਕ ਜੀ ਜਿਸ ਪਾਸੇ ਤੁਸੀਂ ਸਾਨੂੰ ਤੋਰ ਲਵੋਗੇ ਉਸੇ ਪਾਸੇ ਹੀ ਅਸੀਂ ਤੁਰ ਪਵਾਂਗੇ। ਗੁਰ ਸਿੱਖ ਮੀਤ ਚਲਹੁ ਗੁਰ ਚਾਲੀ। ਇਹ ਰਹਾਉ ਵਾਲੀਆਂ ਪੰਕਤੀਆਂ ਹਨ। हे ਮੇਰੇ ਗੁਰਸਿੱਖ ਮਿੱਤਰ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ, हे ਮੇਰੇ ਮਿੱਤਰ ਗੁਰਸਿੱਖ, ਚੱਲੋ ਗੁਰ ਚਾਲੀ, ਆ ਗੁਰੂ ਦੀ ਚਾਲੇ ਤੁਰ। ਤੂੰ ਗੁਰੂ ਦੀ ਚਾਲ ਵਿੱਚ ਆਪਣੀ ਚਾਲ ਮਿਲਾ ਕੇ ਤੁਰ, ਤੂੰ ਬੇਸੁਰਾ ਹੋ ਕੇ ਨਾ ਤੁਰ। ਭਾਈ ਸਾਹਿਬ ਜੀ ਹੁਣੇ ਕੀਰਤਨ ਕਰਦੇ ਹਨ ਹਾਰਮੋਨੀਅਮ ਤੇ ਜਾਂ ਤੰਤੀ ਸਾਜ਼ਾਂ ਤੇ। ਹੁਣ ਜਿਸ ਪ੍ਰਕਾਰ ਦੇ ਨਾਲ ਅਗਾਂ ਵਾਜੇ ਵਾਲਾ ਤੁਰਿਆ, ਹੁਣ ਜੋ ਤਬਲੇ ਵਾਲਾ ਹੈ ਉਸੇ ਚਾਲ ਵਿੱਚ ਤੁਰਦਾ ਹੈ, ਉਸੇ ਚਾਲ ਵਿੱਚ। ਏਦਾਂ ਤਾਂ ਨਹੀਂ ਵੀ ਚਾਲ ਬਦਲ ਲਈ। ਕਈ ਵਾਰ ਵੇਖਿਆ ਵੀ ਹੋਵੇ, ਜੇ ਕਿਤੇ ਵਜਾਉਂਦਿਆਂ ਵਜਾਉਂਦਿਆਂ ਮੱਧਮ ਪੈ ਜਾਏ, ਹੌਲੀ ਹੋ ਜਾਏ, ਤੇ ਹਾਰਮੋਨੀਅਮ ਵਾਲਾ ਸਿੰਘ ਇਸ਼ਾਰੇ ਮਾਤਰ ਕਹਿੰਦਾ ਹੈ, ਭਾਈ ਤੇਜ਼ ਹੋ, ਤੇਰੀ ਚਾਲ ਵਿਗੜਦੀ ਹੈ, ਚਾਲ ਹੌਲੀ ਹੈ। ਤੇ ਜੇ ਚਾਲ ਤੇਜ਼ ਹੋਵੇ, ਕੋਦਮ ਹੱਥ ਬੰਦ ਕਰਕੇ ਇਸ਼ਾਰਾ ਕਰਦੇ ਨੇ, ਹੌਲੀ ਰੱਖ, ਤੇਰੀ ਚਾਲ ਤੇਜ਼ ਹੈ। ਕਿਉਂ? ਕਿਉਂਕਿ ਜੇ ਇੱਕ ਚਾਲ ਨਾ ਤੁਰੇ ਤੇ ਬੇਸੁਰਾ ਹੋ ਜਾਏਗਾ, ਕੰਮ ਬੇਤਾਲਾ ਹੋ ਜਾਏਗਾ, ਅੱਛਾ ਸੰਗੀਤ ਪੈਦਾ ਨਹੀਂ। ਇਹ ਤਾਂ ਹੈ ਚਲੋ ਸੰਗੀਤ ਦੀ ਗੱਲ। ਤੇ ਮਹਾਰਾਜ ਜੀ ਲੱਗੇ ਕਹਿਣ, ਚੱਲੋ ਗੁਰ ਚਾਲੀ, ਗੁਰੂ ਦੀ ਚਾਲੇ ਤੁਰ। ਗੁਰੂ ਦੀ ਚਾਲ ਕਿਹੜੀ ਹੈ? ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰੂ ਦੀ ਚਾਲ ਵਿੱਚ ਆਪਣੀ ਚਾਲ ਮਿਲਾ ਕੇ ਤੁਰ। ਜੋ ਜਿਹੜੀ ਚਾਲ ਤੇਰੇ ਗੁਰੂ ਦੀ ਹੈ, ਇਉਂ ਕਹਿ ਲਈਏ ਜਿਹੜਾ ਰਸਤਾ ਗੁਰੂ ਦਾ ਰਸਤਾ ਹੈ। ਪਰ ਸਿੱਖ ਤਾਂ ਕਈ ਵਾਰ ਮਨ ਵਿੱਚ ਇਹੋ ਕਹਿੰਦਾ ਹੈ ਕਿ ਏਦਾਂ ਨਹੀਂ, ਏਦਾਂ ਹੋਣਾ ਚਾਹੀਦਾ ਹੈ। ਮੈਂ ਗੁਰੂ ਅਨੁਸਾਰ ਨਹੀਂ, ਬਲਕਿ ਜੇ ਕਿਤੇ ਗੁਰੂ ਮੇਰੇ ਅਨੁਸਾਰ ਹੀ ਹੋ ਕੇ ਤੁਰ ਪਵੇ। ਮੈਂ ਗੁਰੂ ਅਨੁਸਾਰੀ ਨਹੀਂ, ਬਲਕਿ ਗੁਰੂ ਮੇਰੇ ਅਨੁਸਾਰ ਹੋ ਕੇ ਚੱਲ ਪਵੇ। ਵੀ ਇਹ ਜਿਹੜੀਆਂ ਜਿਹੜੀਆਂ ਹਦਾਇਤਾਂ ਮਹਾਰਾਜ ਜੀਆਂ ਨੇ ਕੀਤੀਆਂ ਹੋਈਆਂ ਹਨ, ਕਿਤੇ ਇਹਨਾਂ ਹਦਾਇਤਾਂ ਤੋਂ, ਇਹਨਾਂ ਮਹਾਰਾਜ ਜੀਆਂ ਦੇ ਹੁਕਮਾਂ ਤੋਂ ਛੂਟ ਮਿਲ ਜਾਏ। ਪਾਤਸ਼ਾਹ ਲੱਗੇ ਕਹਿਣ, ਨਹੀਂ ਮੇਰੇ ਮਿੱਤਰ ਗੁਰਸਿੱਖ ਮੀਤ, ਚੱਲੋ ਗੁਰ ਚਾਲੀ, ਗੁਰੂ ਦੀ ਚਾਲ ਵਿੱਚ ਆਪਣੀ ਚਾਲ ਨੂੰ ਮਿਲਾ ਕੇ ਤੁਰ। ਗੁਰੂ ਦੇ ਦੱਸੇ ਹੋਏ ਰਸਤੇ ਉੱਪਰ ਤੂੰ ਤੁਰਨਾ ਕਰ।
ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੋ ਕਾਰ ਕਮਾਏ ਜੀਓ। ਇਹ ਪਾਵਨ ਪਵਿੱਤਰ ਬਾਣੀ ਗੁਣਵੰਤੀ ਦਾ ਉਪਦੇਸ਼ ਹੈ। ਜਿੱਥੇ ਮਹਾਰਾਜ ਜੀਆਂ ਨੇ ਗੁਣਵੰਤੀ ਸੱਜੀ ਕੁਚੱਜੀ ਤਥਾ ਗੁਣਵੰਤੀ ਸਿਰਲੇਖ ਦੇ ਹੇਠ ਬਾਣੀ ਉਚਾਰਨ ਕੀਤੀ, ਉਥੇ ਪਾਵਨ ਪਵਿੱਤਰ ਇਹ ਉਪਦੇਸ਼ ਨਾਲ ਦਿੱਤਾ, ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੋ ਕਾਰ ਕਮਾਏ ਜੀਓ। ਤਿਆਗੇ ਮਨ ਕੀ ਮਤੜੀ ਵਸਾਰੇ ਦੂਜਾ ਭਾਉ ਜੀਓ। ਆਪਣੇ ਮਨ ਦੀ ਮਤੜੀ ਨੂੰ ਵਸਾਰ ਕੇ ਦੂਸਰਾ ਭਾਉ ਛੱਡ ਕੇ ਗੁਰੂ ਦੇ ਪਿਆਰ ਵਾਲੇ ਰਸਤੇ, ਗੁਰੂ ਦੇ ਦੱਸੇ ਹੋਏ ਮਾਰਗ ਦਾ ਤੂੰ ਪਾਂਧੀ ਬਣ। ਗੁਰੂ ਦੇ ਦੱਸੇ ਹੋਏ ਰਸਤੇ ਉੱਪਰ ਤੂੰ ਤੁਰਨਾ ਕਰ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਗੁਰ ਸਿੱਖ ਮੀਤ ਚੱਲੋ ਗੁਰ ਚਾਲੀ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਗੁਰ ਸਿੱਖ ਮੀਤ ਚੱਲੋ ਗੁਰ ਚਾਲੀ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹੈ ਸੋਈ ਭਲ ਮਾਨੋ, ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰ ਕਹੈ ਸੋਈ ਭਲ ਮਾਨੋ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ। 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 ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਹੈ ਭਾਈ ਗੁਰੂ ਕੇ ਮਿੱਤਰ, ਹੈ ਮੇਰੇ ਮਿੱਤਰ, ਗੁਰੂ ਦੀ ਦੱਸੀ ਹੋਈ ਚਾਲ ਵਿੱਚ ਆਪਣੀ ਚਾਲ ਮਿਲਾ ਕੇ ਤੁਰ। ਗੁਰੂ ਦੇ ਦੱਸੇ ਹੋਏ ਰਸਤੇ ਉੱਪਰ ਤੂੰ ਧਾਰਨ, ਉਸ ਰਸਤੇ ਦਾ ਤੂੰ ਪਾਂਧੀ ਹੋ, ਉਸੇ ਰਸਤੇ ਉੱਪਰ ਚੱਲਣਾ ਕਰ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹਾਂ, ਮਹਾਰਾਜ ਜੀਆਂ ਨੇ ਤਾਂ ਸਪਸ਼ਟ ਹੀ ਰਾਉ ਦੀਆਂ ਪੰਕਤੀਆਂ ਵਿੱਚ ਕਹਿ ਦਿੱਤਾ, ਜੋ ਗੁਰ ਕਹੈ ਸੋਈ ਭਲ ਮਾਨੋ। ਸ਼ੰਕੇ ਹੀ ਖਤਮ ਕਰ ਦਿੱਤੇ। ਜੋ ਵੀ ਤੇਰੇ ਗੁਰੂ ਨੇ, ਮਾਲਕ ਜੀਆਂ ਨੇ ਪਾਵਨ ਪਵਿੱਤਰ ਉਪਦੇਸ਼ ਤੈਨੂੰ ਬਖਸ਼ਿਸ਼ ਕੀਤਾ ਹੈ, ਉਹਨੂੰ ਭਲ ਕਰਕੇ, ਭਲਾ ਕਹਿ ਕੇ ਉਹਨੂੰ ਮੰਨਣਾ ਕਰ। ਹੁਣ ਉਹਦੇ ਉੱਪਰ ਤੂੰ ਸ਼ੰਕਾ ਕਰਦਾ ਹੈ, ਇਹ ਕਿਵੇਂ ਜੀ, ਕਿਵੇਂ ਰੋਕ ਦਿੱਤਾ ਇਸ ਰਸਤੇ ਤੋਂ, ਕਿਉਂ ਨਹੀਂ ਕਰਨਾ ਜੀ, ਕਿਵੇਂ ਹੋਵੇਗਾ ਜੀ? ਇਹ ਭਲ ਮੰਨਣਾ ਤਾਂ ਨਹੀਂ ਹੈ ਨਾ। ਜੋ ਗੁਰ ਕਹੈ ਸੋਈ ਭਲ ਮੰਨੋ, ਉਹਨੂੰ ਮੰਨ ਲੈਣਾ। ਜੋ ਵੀ ਤੇਰੇ ਗੁਰੂ ਨੇ ਤੇਰੇ ਵਾਸਤੇ ਉਪਦੇਸ਼ ਹੁਕਮ ਦਿੱਤਾ ਹੈ, ਜੋ ਗੁਰ ਕਹੈ, ਪਾਵਨ ਪਵਿੱਤਰ ਬਾਣੀ ਦਾ ਬਚਨ ਹੈ ਮਹਾਰਾਜ ਜੀਆਂ ਦਾ। ਚਲਤ ਕਤ ਟੇਢੇ ਟੇਢੇ ਟੇਢੇ, ਕਿਉਂ ਤੂੰ ਟੇਢਾ ਹੋ ਕੇ ਤੁਰਦਾ ਹੈ? ਟੇਢੇ ਦੇ ਭਾਵ ਇੱਥੇ ਕੀ ਹੈ? ਕਿਉਂ ਤੂੰ ਗੁਰੂ ਦੇ ਦੱਸੇ ਹੋਏ ਰਸਤੇ ਤੋਂ ਹੋਰ ਪਾਸੇ ਨੂੰ ਹੋ ਕੇ ਤੁਰਦਾ ਹੈ? ਕਿਉਂ ਤੂੰ ਮਾਲਕ ਜੀਆਂ ਦੇ ਦੱਸੇ ਹੋਏ ਰਸਤੇ ਤੋਂ ਕੰਡ ਪਰਤਾ ਕੇ ਤੁਰਦਾ ਹੈ? ਚਲਤ ਕਤ ਟੇਢੇ ਟੇਢੇ ਟੇਢੇ, ਤੂੰ ਹੋਰ ਪਾਸੇ ਨੂੰ ਹੋ ਕੇ ਤੁਰਦਾ ਹੈ। ਜੋ ਗੁਰ ਕਹੈ ਸੋਈ ਭਲ ਮੰਨਹੁ, ਜੋ ਤੈਨੂੰ ਗੁਰੂ ਨੇ ਸਿਧਾਂਤ ਦਿੱਤਾ ਹੈ, ਉਪਦੇਸ਼ ਦਿੱਤਾ ਹੈ, ਉਹਨੂੰ ਤੂੰ ਮੰਨਣਾ ਕਰ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਅਬਚਲ ਨਗਰ ਗੋਬਿੰਦ ਗੁਰੂ ਕਾ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਥਾਨ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਤੇ ਸਨ ਨਦੇੜ
ਮਹਾਰਾਜ ਜੀ ਗੁਰਤਾ ਗੱਦੀ ਜਿਸ ਵਕਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਦਿੱਤੀ, ਉੱਥੇ ਸਿੱਖਾਂ ਨੇ ਇੱਕ ਬੇਨਤੀ ਕੀਤੀ, ਮਹਾਰਾਜ ਅੱਜ ਤੁਸੀਂ ਹਯਾਤੀ ਵਿੱਚ ਹੋ, ਸਾਹਮਣੇ ਹੋ, ਸਾਡਾ ਚਿੱਤ ਕਰਦਾ ਹੈ ਕਈ ਵਾਰ ਤੁਹਾਡੇ ਨਾਲ ਗੱਲਾਂ ਕਰਨ ਨੂੰ ਅਸੀਂ ਕਰ ਲੈਂਦੇ ਹਾਂ, ਕੋਈ ਸਾਡਾ ਸ਼ੰਕਾ ਹੁੰਦਾ ਹੈ, ਸਵਾਲ ਹੁੰਦਾ ਹੈ ਅੰਦਰ ਦਾ, ਅਸੀਂ ਤੁਹਾਡੇ ਕੋਲ ਆਉਨੇ ਹਾਂ ਮਹਾਰਾਜ, ਮੁਸ਼ਕਲ ਦੱਸਨੇ ਹਾਂ, ਨਿਵਰਤੀ ਹੁੰਦੀ ਹੈ। ਮਹਾਰਾਜ ਇਸ ਤੋਂ ਬਾਅਦ ਵਿੱਚ ਕਿਵੇਂ ਪਤਾ ਲੱਗੇਗਾ ਵੀ ਗੁਰੂ ਦਾ ਉਪਦੇਸ਼, ਗੁਰੂ ਨਾਲ ਗੱਲਾਂ ਕਿਵੇਂ ਹਨ? ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵਕਤ ਭਾਈ ਨੰਦ ਲਾਲ ਜੀਆਂ ਨੇ ਜਿਵੇਂ ਉਹ ਬਚਨ ਲਿਖੇ ਹਨ, ਮਹਾਰਾਜ ਜੀਆਂ ਦੇ ਸ਼ਬਦ ਨੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦਾ ਉਸ ਵਕਤ ਉਪਦੇਸ਼ ਸੀ, ਜੋ ਮਮ ਸਾਥ ਕਰਨ ਚਾਹੇ ਬਾਤ, ਗ੍ਰੰਥ ਜੀ ਪੜ੍ਹੇ ਵਿਚਾਰੈ ਸਾਥ। ਭਾਈ ਜਿਹਨੇ ਸਾਡੇ ਨਾਲ ਗੱਲਾਂ ਕਰਨੀਆਂ ਹਨ, ਚਿੱਤ ਕਰਦਾ ਹੈ ਗੁਰੂ ਨਾਲ ਗੱਲਾਂ ਕਰਨ ਨੂੰ, ਕਦੇ ਸਤਿਗੁਰੂ ਮਹਾਰਾਜ ਜੀਆਂ ਦੇ ਸਾਹਮਣੇ ਬੇਨਤੀ ਕਰੇ, ਅੰਮ੍ਰਿਤ ਵੇਲੇ ਉੱਠ ਕੇ ਪ੍ਰਦਖਣਾ ਕਰਕੇ, ਪਰਿਕਰਮਾ ਕਰਕੇ ਬੈਠ ਕੇ ਪਾਵਨ ਪਵਿੱਤਰ ਬਾਣੀ ਪੜ੍ਹੇ। ਗੁਰੂ ਦੀ ਬਾਣੀ ਪੜ੍ਹਨੀ ਕੀ ਹੈ? ਗੁਰੂ ਨਾਲ ਗੱਲਾਂ ਕਰਨੀਆਂ ਹਨ। ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਗੁਰੂ ਦੀ ਬਾਣੀ ਪੜ੍ਹਨੀ, ਜੋ ਮਮ ਸਾਥ ਕਰਨ ਚਾਹੇ ਬਾਤ, ਗ੍ਰੰਥ ਜੀ ਪੜ੍ਹੈ ਵਿਚਾਰੈ ਸਾਥ। ਪਾਵਨ ਪਵਿੱਤਰ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹਨਾ, ਗੁਰੂ ਦੀ ਬਾਣੀ ਨੂੰ ਪੜ੍ਹਨਾ, ਗੁਰੂ ਦੇ ਪਾਵਨ ਪਵਿੱਤਰ ਬਚਨਾਂ ਨੂੰ ਪੜ੍ਹ ਕਰਕੇ ਜੀਵਨ ਵਿੱਚ ਧਾਰਨ ਕਰ ਲੈਣਾ, ਇਹੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਗੱਲਾਂ ਕਰਨੀਆਂ ਹਨ। ਹੁਣ ਮਹਾਰਾਜ ਜੀਆਂ ਦਾ ਸਿੱਖ ਦੇ ਵਾਸਤੇ ਉਪਦੇਸ਼ ਇਹੋ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰਿ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਜੋ ਗੁਰ ਕਹੈ ਸੋਈ ਭਲ ਮਾਨੋ, ਇਹੋ ਹੈ। ਮਹਾਰਾਜ ਜੀਆਂ ਨੇ ਜਿਵੇਂ ਜਿਵੇਂ ਗੁਰੂ ਕੇ ਸਿੱਖ ਨੂੰ ਉਪਦੇਸ਼ ਦਿੱਤਾ, ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਵਿੱਚ ਮਹਾਰਾਜ ਜੀਆਂ ਨੇ ਸਾਨੂੰ ਉਪਦੇਸ਼ ਤਾਂ ਦਿੱਤੇ ਹਨ। ਉਹ ਵੱਖਰੀ ਗੱਲ ਹੈ, ਕੋਈ ਉਹਨਾਂ ਪਾਵਨ ਪਵਿੱਤਰ ਉਪਦੇਸ਼ਾਂ ਨੂੰ ਕਿਸ ਪ੍ਰਕਾਰ ਦੇ ਨਾਲ ਆਪਣੇ ਜੀਵਨ ਵਿੱਚ ਢਾਲਦਾ, ਵੱਖਰੀ ਗੱਲ ਹੈ। ਮਹਾਰਾਜ ਜੀਆਂ ਦੇ ਉਪਦੇਸ਼ ਤਾਂ ਹਨ ਹੀ ਸਾਡੇ ਵਾਸਤੇ। ਇਹੋ ਹੀ ਮਹਾਰਾਜ ਜੀ ਲੱਗੇ ਕਹਿਣ, ਭਾਈ ਨਿਰਾਲੀ ਹਰੀ ਦੀ ਨਿਰਾਲੀ ਕਥਾ ਹੈ। ਰਹਾਉ ਹਰ ਕੇ ਸੰਤ ਸੁਨੋ ਜਨ ਭਾਈ, ਗੁਰ ਸੇਵਿਓ ਬੇਗ ਬੇਗਾਲੀ। हे ਹਰੀ ਦੇ ਸੰਤ ਜਨੋ, ਹਰ ਕੇ ਸੰਤ ਸੁਣੋ ਜਨ ਭਾਈ। ਹੈ ਭਾਈ ਜਨੋ ਸੁਣੋ ਮਹਾਰਾਜ ਜੀ ਕੀ, ਗੁਰ ਸੇਵੋ ਬੇਗ ਬੇਗਾਲੀ। ਗੁਰੂ ਦੀ ਸੇਵਾ ਵਿੱਚ ਜੁੜੋ, ਬੇਗ ਬੇਗਾਲੀ ਕਹੀਏ ਛੇਤੀ। ਮਹਾਰਾਜ ਕਹਿੰਦੇ ਭਾਈ ਇਸ ਕੰਮ ਨੂੰ ਡਿਲੇ ਨਾ ਕਰਿਓ, ਇਸ ਕੰਮ ਨੂੰ ਲੇਟ ਨਾ ਹੋਇਓ। ਵੀਰ ਕਾਲ ਕਰੰਤਾ ਅਬੈ ਕਰ, ਅਬ ਕਰਤਾ ਸੋਇ ਤਾਲ। ਪਾਛੈ ਕਛੂ ਨਾ ਹੋਏਗੋ, ਜੋ ਸਰ ਪਰ ਆਵੈ ਕਾਲ। ਮਹਾਰਾਜ ਜੀ ਲੱਗੇ ਕਹਿਣ, ਇਹਨੂੰ ਕੱਲ ਤੇ ਪਾਉਂਦਿਆਂ, ਪਰਸੋਂ ਤੇ ਇਸ ਕੰਮ ਨੂੰ ਪਾਉਂਦਿਆਂ ਮਹੀਨਾ ਲੰਘਾ, ਸਾਲ ਲੰਘਦਾ ਹੈ, ਸਾਲ ਲੰਘਦਿਆਂ ਸਮਾਂ ਆ ਜਾਂਦਾ ਹੈ ਜਦੋਂ ਦਰਵਾਜ਼ੇ ਉੱਪਰ ਆਣ ਕੇ ਮੌਤ ਆਣ ਕੇ ਖਲੋਤੀ ਹੁੰਦੀ ਹੈ। ਗੁਰਸੇਵੋ ਬੇਗ ਬੇਗਾਲੀ, ਕਹਿੰਦੇ ਨੂੰ ਛੇਤੀ ਹੁਣੇ ਹੀ। ਜਿਵੇਂ ਕੋਈ ਸੁਣਿਆ ਹੋਵੇ ਕੰਮ ਤੇ ਸੁਣ ਕਰਕੇ ਚੇਤੇ ਆ ਜਾਏ, ਭਾਈ ਇਹ ਕੰਮ ਤਾਂ ਮੈਂ ਪਹਿਲ ਦੇ ਆਧਾਰ ਤੇ ਪਹਿਲਾਂ ਕਰਨਾ ਹੈ। ਮਹਾਰਾਜ ਕਹਿੰਦੇ ਭਾਈ ਉਹ ਕੰਮਾਂ ਵਿੱਚੋਂ ਜਿਹੜਾ ਸ੍ਰੇਸ਼ਟ ਕਾਰਜ ਹੈ ਕਰਨ ਯੋਗ, ਉਹ ਇਹ ਹੈ ਪਰਿਪੂਰਨ ਪਰਮਾਤਮਾ ਸਾਹਿਬ ਦੀ ਬਾਣੀ ਸੰਗ ਜੁੜਨਾ। ਗੁਰ ਸੇਵੋ ਬੇਗ ਬੇਗਾਲੀ, ਹਰ ਕੇ ਸੰਤ ਸੁਨੋ ਜਨ ਭਾਈ। ਗੁਰ ਸੇਵੋ ਬੇਗ ਬੇਗਾਲੀ, ਛੇਤੀ
ਇਹ ਮਤ ਸੋਚ ਵੀ ਅਜੇ ਬਹੁਤ ਮੇਰੇ ਕੋਲ ਸਮਾਂ ਹੈ, ਅਜੇ ਮੈਂ ਬਹੁਤ ਕੰਮ, ਮੇਰੇ ਕੋਲ ਹੋਰ ਕੰਮ ਹਨ, ਇਹਦੇ ਵਾਸਤੇ ਮੇਰੇ ਕੋਲ ਬੜੀ ਲੰਮੀ ਉਮਰ ਪਈ ਹੈ। ਮਹਾਰਾਜ ਕਹਿੰਦੇ ਨਹੀਂ, ਇਹ ਤੇਰਾ ਭੁਲੇਖਾ ਹੈ। ਜਿਹੜੇ ਹੋਰ ਕਾਰਜਾਂ ਦੇ ਵਿੱਚੋਂ ਸ੍ਰੇਸ਼ਟ ਕਾਰਜ ਹਨ, ਸ੍ਰੇਸ਼ਟ ਕਾਰਜ ਇਹੋ ਹਨ। ਮਹਾਰਾਜ ਜੀ ਕਿਹੜੇ ਹਨ? ਬਚਨ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ, ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਵੋ। ਇਹ ਹੈ ਸ੍ਰੇਸ਼ਟ ਕਾਰਜ। ਪ੍ਰਾਣੀ ਏਕੋ ਨਾਮ ਧਿਆਵੋ, ਗੁਰ ਸੇਵੋ ਬੇਗ ਬੇਗਾਲੀ। ਮਹਾਰਾਜ ਜੀ ਲੱਗੇ ਕਹਿਣ ਭਾਈ ਸਾਰੇ ਕੰਮਾਂ ਵਾਸਤੇ ਇਹਦੇ ਕੋਲ ਸਮਾਂ ਹੈ, ਖਾਣ ਦਾ ਵੀ ਇਹਦੇ ਕੋਲ ਇਹਨੇ ਸਮਾਂ ਨਿਯਤ ਕੀਤਾ ਹੈ ਵੀ ਇੰਨੇ ਵਜੇ ਦਾ ਹੈ, ਹੱਸਣ ਦਾ ਖੇਡਣ ਦਾ ਸੌਣ ਦਾ ਵੀ ਸਮਾਂ ਨਿਯਤ ਕੀਤਾ ਹੈ, ਬਸ ਇੱਕ ਸਮਾਂ ਨਿਯਤ ਨਹੀਂ ਕੀਤਾ ਮਹਾਰਾਜ। ਉਹ ਕਿਹੜਾ ਹੈ? ਉਹ ਹੈ ਨਾਮ ਜਪਣ ਦਾ। ਬਾਕੀ ਸਾਰੇ ਸਮੇਂ ਨਿਯਤ ਇਹਨੇ ਕੀਤੇ ਹਨ, ਪਰ ਇਹ ਸਮਾਂ ਇਹਨੇ ਨਿਯਤ ਨਹੀਂ ਕੀਤਾ। ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਵੋ, ਗੁਰ ਸੇਵੋ ਬੇਗ ਬੇਗਾਲੀ। ਛੇਤੀ ਗੁਰੂ ਨੂੰ ਤੁਸੀਂ, ਗੁਰੂ ਦੀ ਸੇਵਾ ਵਿੱਚ ਛੇਤੀ ਤੁਸੀਂ ਜੁੜਨਾ ਕਰੋ। ਸਤਿਗੁਰ ਸੇਵ ਖਰਚ ਹਰ ਬਾਦੋ, ਮਤ ਜਾਣੋ ਆਜ ਕੇ ਕਾਲੀ। ਮਹਾਰਾਜ ਲੱਗੇ ਕਹਿਣ ਸਤਿਗੁਰੂ ਨੂੰ ਸੇਵਾ ਕਰਕੇ ਤੁਸੀਂ ਰਸਤੇ ਦਾ ਸਫ਼ਰ ਖਰਚ ਬੰਨ ਲਵੋ। ਸਤਿਗੁਰ ਸੇਵ ਖਰਚ ਹਰ ਬਾਂਧੋ, ਖਰਚ ਬੰਨਣਾ ਹੈ ਪੱਲੇ। ਗੁਰੂ ਦੀ ਸੇਵਾ ਕਰਕੇ ਕੀ ਹੈ? ਇਹ ਰਸਤੇ ਦਾ ਸਫ਼ਰ ਖਰਚ ਬੰਨਣਾ ਹੈ, ਨਾਲ ਰਸਤੇ ਪੈਂਡੇ ਜਾਣਾ ਹੈ ਨਾ, ਤੇ ਰਸਤੇ ਪੈਂਡੇ ਦੇ ਵਾਸਤੇ ਨਾਲ ਸਫ਼ਰ ਖਰਚ ਵੀ ਚਾਹੀਦਾ ਹੈ। ਕਿਸੇ ਰਸਤੇ ਤੇ ਜਾਣਾ ਹੈ, ਜੇਬ ਵਿੱਚ ਕਿਰਾਇਆ ਭਾੜਾ ਹੋਵੇ ਤਾਂ ਹੀ ਬੰਦਾ ਤੁਰੇ। ਤੇ ਮਹਾਰਾਜ ਜੀ ਲੱਗੇ ਕਹਿਣ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ। ਤੋਸਾ ਕਹਿੰਦੇ ਨੇ ਖਜ਼ਾਨੇ ਨੂੰ, ਤੋਸਾ ਖਾਨਾ, ਖਜ਼ਾਨਾ। ਮਹਾਰਾਜ ਕਹਿੰਦੇ ਭਾਈ ਤੋਸਾ ਬੰਨਿਆ ਨਹੀਂ ਨਾਮ ਦਾ, ਤੋਸਾ ਬੰਦ ਹੋ ਹਰ ਨਾਮ ਕਾ। ਆਪਣੇ ਨਾਲ ਤੁਸੀਂ ਸਫ਼ਰ ਖਰਚ ਪੈਸਾ ਬੰਨੋ। ਮਹਾਰਾਜ ਕਿਹੜਾ ਪੈਸਾ ਹੈ? ਸਤਿਗੁਰ ਸੇਵ ਖਰਚ ਹਰ ਬੰਦ ਹੋ। ਸਤਿਗੁਰ ਦੀ ਸੇਵਾ ਕਰਨੀ, ਇਹ ਹੈ ਸਫ਼ਰ। ਨਾਲ ਪੱਲੇ ਪੈਸਾ ਬੰਨ ਲੈਣਾ। ਕਿਹੜਾ ਪੈਸਾ ਹੈ? ਗੁਰੂ ਦੀ ਸੇਵਾ ਵਾਲਾ। ਖਰਚ ਹਰ ਬੰਦ ਹੋ, ਮਤ ਜਾਣ ਹੋ ਆਜ ਕੇ ਕੱਲ ਹੀ। ਮਤ ਤੂੰ ਇਹ ਗੱਲ ਸੋਚੀ, ਇਸ ਕੰਮ ਨੂੰ ਦੇਰੀ ਨਾ ਕਰੀ ਵੀ ਅੱਜ ਕੇ ਕੱਲ। ਮਹਾਰਾਜ ਜੀਆਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਭਾਈ ਗੁਰ ਸੇਵੋ ਬੇਗ ਬਗਾਲੀ। ਗੁਰੂ ਦੀ ਸੇਵਾ ਵਿੱਚ ਜੁੜੋ, ਛੇਤੀ ਤੁਸੀਂ ਜੁੜਨਾ ਕਰੋ, ਇਸ ਕੰਮ ਨੂੰ ਤੁਸੀਂ ਦੇਰੀ ਨਾ ਪਾਵੋ। ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚੱਲੈ ਹਰ ਨਾਲੀ। ਜਿਹੜੇ ਹਰੀ ਦੇ ਸੰਤ ਜਨ ਹੈਨ, ਹਰ ਕੇ ਸੰਤ ਜਪੋ ਹਰ ਜਪਣਾ, ਹਰੀ ਦੇ ਸੰਤ ਜਨੋ ਉਸ ਹਰੀ ਨੂੰ ਜਪਣਾ। ਤੇ ਜਪਦਿਆਂ ਜਪਦਿਆਂ ਹਰ ਸੰਤ ਚੱਲੈ ਹਰ ਨਾਲੀ। ਹਰੀ ਦਾ ਸੰਤ ਹਰੀ ਦੀ ਚਾਲ ਵਿੱਚ ਤੁਰਦਾ ਹੈ। ਹਰੀ ਦਾ ਸੰਤ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਆਪਾਂ ਬਚਨ ਵੀ ਪੜ੍ਹਨੇ ਹਨ। ਸੀਕ ਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਕਿਵੇਂ ਦੇ ਹਨ ਉਹ? ਮਹਾਰਾਜ ਕਹਿੰਦੇ ਭਾਈ ਭੇਦ ਹੀ ਕੋਈ ਨਹੀਂ ਹੈ, ਭਾਈ ਫਰਕ ਹੀ ਉਹਨਾਂ ਦਾ ਕੋਈ ਨਹੀਂ ਹੈ। ਹਰ ਸੰਤ ਚੱਲਾ ਹਰ ਨਾਲੀ। ਹਰੀ ਦਾ ਸੰਤ ਹਰੀ ਦੀ ਚਾਲ ਵਿੱਚ ਤੁਰਦਾ ਹੈ, ਉਹਦੇ ਨਾਲ ਤੁਰਦਾ ਹੈ। ਭਾਵ ਉਹ ਉਹਨਾਂ ਦੇ ਅਨੁਸਾਰੀ ਹੈ। ਜਿਵੇਂ ਹਰੀ ਹੈ ਉਸੇ ਪ੍ਰਕਾਰ ਨਾਲ ਜਿਹੜੇ ਉਹਦੇ ਸੰਤ ਜਨ ਹਨ ਉਹਨੂੰ ਮਾਲਕ ਨੂੰ ਸਿਮਰ ਕੇ ਉਸੇ ਚਾਲ ਵਿੱਚ ਤੁਰਦੇ ਹਨ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਮਹਾਰਾਜ ਜੀ ਨੇ ਰਹਿਮਤ ਕੀਤੀ, ਜਿਨ ਹਰ ਜਪਿਆ ਸੇ ਹਰ ਹੋਏ। ਨਿਰਭਉ ਨੂੰ ਸਿਮਰਿਆ ਕਿਉਂ? ਨਿਰਵੈਰ ਦੀ ਪੂਜਾ ਕੀਤੀ ਕਿਉਂ?
ਇੱਕ ਓੰਕਾਰ, ਇਹ ਮਾਲਕ ਜੀਆਂ ਦੇ ਦਿੱਤੇ ਹੋਏ ਮੂਲ ਮੰਤਰ ਦਾ ਪਾਠ ਗੁਰੂ ਕੇ ਸਿੱਖ ਨੇ ਕੀਤਾ ਕਿਉਂ? ਇਸੇ ਵਾਸਤੇ ਕਿ ਜਿਹਦੇ ਸਿਮਰਨ ਵਿੱਚ ਸਿੱਖ ਜੁੜਿਆ ਹੈ ਇੱਕ ਦਿਨ ਉਹਦਾ ਰੂਪ ਹੋ ਜਾਣਾ। ਜਿਹਦੇ ਸਿਮਰਨ ਵਿੱਚ ਜੁੜਿਆ ਹੈ ਸਵਰੂਪ ਦਾ ਪਤਾ ਲੱਗਾ, ਉਹ ਮਾਲਕ ਜੀ ਨਿਰਭਉ ਹੈ, ਗੁਰੂ ਕਾ ਸਿੱਖ ਨਿਰਭਉ ਹੋਇਆ। ਉਹ ਨਿਰਵੈਰ ਹੈ, ਨਿਰਵੈਰ ਹੋਇਆ। ਜਿਨ ਹਰ ਜਪਿਆ ਸੇ ਹਰ ਹੋਏ। ਹਰੀ ਨੂੰ ਸਿਮਰਿਆ, ਹਰੀ ਵਰਗਾ ਹੋ ਗਿਆ, ਉਸੇ ਵਰਗਾ ਹੋ ਗਿਆ। ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਆਠ ਪਹਿਰ ਨਿਕਟ ਕਰ ਜਾਣੈ। ਪੰਜਵੇਂ ਪਾਤਸ਼ਾਹ ਜੀਆਂ ਨੇ ਸੰਤ ਰਹਿਤ ਸੁਣੋ ਮੇਰੇ ਭਾਈ। ਸੰਤ ਦੀ ਰਹਿਤ ਦੱਸੀ ਹੈ ਪਾਵਨ ਪਵਿੱਤਰ ਬਾਣੀ ਵਿੱਚ। ਸੰਤ ਕੈਸਾ ਹੈ, ਉਹ ਕਿਸ ਪ੍ਰਕਾਰ ਦੇ ਨਾਲ, ਉਹਦਾ ਸਵਰੂਪ ਕਿਸ ਤਰ੍ਹਾਂ ਨਾਲ ਹੋ ਜਾਂਦਾ ਹੈ। ਜਿਵੇਂ ਆਪਾਂ ਪਾਵਨ ਪਵਿੱਤਰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਜਿਹੜੀਆਂ ਸੰਗਤਾਂ ਭਾਵਨਾ ਸਹਿਤ ਕਰਦੀਆਂ ਹਨ, ਬ੍ਰਹਮ ਗਿਆਨੀ ਸਿਰਲੇਖ ਵਾਲੀ ਪਾਵਨ ਪਵਿੱਤਰ ਅਸ਼ਟਪਦੀ, ਭਾਵ ਉਹਦਾ ਹੀ ਰੂਪ ਹੋ ਜਾਣਾ ਜਿਸ ਪ੍ਰਕਾਰ ਨਾਲ ਉਹ ਪਰਿਪੂਰਨ ਪਰਮਾਤਮਾ ਕਿਸ ਪ੍ਰਕਾਰ ਨਾਲ ਹੈ, ਸਮਦਰਸ਼ੀ ਹੈ। ਇੱਕ ਬਰਾਬਰ ਸਾਰਿਆਂ ਵਾਸਤੇ ਹਵਾ ਚੱਲੇ, ਮਾਲਕ ਜੀ ਨੇ ਹਵਾ ਚਲਾਈ। ਇਹ ਤਾਂ ਨਹੀਂ ਨਾ ਵੇਖਿਆ ਵੀ ਸਾਹਮਣੇ ਕੋਈ ਕੰਗਾਲ ਹੋਵੇਗਾ ਜਾਂ ਅਮੀਰ ਹੋਵੇਗਾ। ਹਵਾ ਚੱਲੀ, ਚੱਲਦੀ ਹਵਾ ਸਾਰਿਆਂ ਵਾਸਤੇ ਇੱਕ ਹੈ। ਇਸੇ ਤਰ੍ਹਾਂ ਦੇ ਨਾਲ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ, ਕਿਉਂਕਿ ਉਹ ਵੀ ਉਹਦਾ ਰੂਪ ਹੋ ਗਿਆ। ਸੀਤ ਹੋਵੇ, ਠੰਡ ਹੋਵੇ, ਸੂਰਜ ਉਗਦੇ ਹੋਵੇ, ਸੂਰਜ ਦੀਆਂ ਕਿਰਨਾਂ ਜਿਹੜਾ ਜਿਹੜਾ ਸਾਹਮਣੇ ਆਇਆ ਭਾਈ ਉਹਦੇ ਪੈ ਗਈਆਂ। ਹੁਣ ਉਹਦੇ ਵਾਸਤੇ ਤਾਂ ਫਰਕ ਕੋਈ ਨਹੀਂ ਨਾ, ਸੂਰਜ ਦੇ ਵਾਸਤੇ ਬਈ ਸਾਹਮਣੇ ਘਰ ਕਿਹਦਾ ਹੈ, ਮੈਂ ਇੱਥੇ ਕਿਰਨਾਂ ਪਾਉਣੀਆਂ ਹਨ, ਇੱਥੇ ਨਹੀਂ ਪਾਉਣੀਆਂ, ਉਹ ਵੀ ਇੱਕ ਸਮਦਰਸ਼ੀ। ਮਹਾਰਾਜ ਕਹਿੰਦੇ ਭਾਈ ਜਿਸ ਪ੍ਰਕਾਰ ਨਾਲ ਪਰਿਪੂਰਨ ਪਰਮਾਤਮਾ ਫਿਰ ਇੱਕ ਦ੍ਰਿਸ਼ਟੀ ਨਾਲ ਤੱਕਦਾ ਹੈ, ਜਿਹੜੇ ਹਰੀ ਦੇ ਸੇਵਕ ਜਨ ਹਨ ਉਹਨਾਂ ਵਾਸਤੇ ਵੀ ਉਹ ਵੀ ਇਸੇ ਪ੍ਰਕਾਰ ਨਾਲ ਹਨ। ਉਹ ਵੀ ਆਪਣੇ ਆਪ ਜੀਵਨ ਦੇ ਅੰਦਰ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲੋ ਕੇ ਲਾਲੀ। ਜਿਨ ਹਰ ਜਪਿਆ ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ। ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ। ਕਬੀਰ ਰੋੜਾ ਹੋਏ ਤੋ ਕਿਆ ਭਇਆ, ਪੰਥੀ ਕੋ ਦੁਖ ਦੇ। ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ, ਖੇ ਹੁਈ ਤੋ ਕਿਆ ਭਇਆ, ਜੋ ਉਡ ਲਾਗੈ ਅੰਗ। ਹਰਜਨ ਐਸਾ ਚਾਹੀਐ ਜਿਉ ਪਾਣੀ ਸਰਬੰਗ, ਪਾਣੀ ਹੁਆ ਤੋ ਕਿਆ ਭਇਆ, ਸੀਰਾ ਤਾਤਾ ਹੋਏ। ਹਰਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਹਰੀ ਦਾ ਜਨ ਤਾਂ ਉਸੇ ਤਰ੍ਹਾਂ ਹੈ। ਬਾਬਾ ਜੀ ਕਿਸ ਤਰ੍ਹਾਂ ਦਾ, ਜਿਵੇਂ ਹਰੀ ਹੈ। ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਨ ਹਰ ਜਪਿਆ ਸੇ ਹਰ ਹੋਏ। ਹਰੀ ਨੂੰ ਸਿਮਰਿਆ, ਹਰੀ ਨੂੰ ਸਿਮਰ ਕਰਕੇ ਉਹ ਵੀ ਉਸੇ ਤਰ੍ਹਾਂ ਹਰੀ ਦਾ ਸਵਰੂਪ ਹੀ ਹੋ ਗਏ। ਹਰੀ ਦਾ ਰੂਪ ਹੀ ਉਹ ਬਣ ਗਏ ਜਿਨ੍ਹਾਂ ਨੇ ਭਾਈ ਉਸ ਪਰਿਪੂਰਨ ਪਰਮਾਤਮਾ ਮਾਲਕ ਜੀ ਦਾ ਸੇਵਨ ਕੀਤਾ। ਜਿਨ ਹਰ ਜਪਿਆ ਸੇ ਹਰ ਹੋਏ। ਔਰ ਉਹ ਪਰਿਪੂਰਨ ਪਰਮਾਤਮਾ ਚੋਜ ਤਮਾਸ਼ੇ ਵਾਲਾ ਉਹ ਪਰਿਪੂਰਨ ਪਰਮਾਤਮਾ ਉਹਨਾਂ ਨੂੰ ਮਿਲਿਆ ਹੈ। ਹਰ ਹਰ ਜਪਨ ਜਪ ਲੋਚ ਲੋਚਾਨੀ, ਹਰ ਕਿਰਪਾ ਕਰ ਬਨਵਾਲੀ। ਇਹ ਮੇਰੇ ਮਾਲਕ ਜੀ ਆਪ ਜੀਆਂ ਦਾ ਨਾਮ ਜਪਣ ਦੀ ਲੋਚਾ ਹੈ, ਇੱਛਾ ਹੈ, ਤਾਂਗ ਹੈ। ਹਰ ਹਰ ਜਪਨ ਜਪ ਲੋਚ ਲੋਚਾਨੀ। ਇੱਛਾ ਹੈ, ਲੋਚਾ ਹੈ ਮਾਲਕ ਜੀ ਆਪ ਜੀਆਂ ਦਾ ਨਾਮ ਸਿਮਰਨ ਵਿੱਚ ਜੁੜ ਸਕਾਂ। ਤਾਂਗ ਹੈ ਇੱਕ ਸਿਮਰਨ ਕਰਨਾ, ਪਾਠ ਕਰਨਾ ਵੀ ਕਰਨਾ ਪੈਣਾ ਹੈ, ਸਮਾਂ ਹੈ, ਗੁਰੂ ਦਾ ਹੁਕਮ ਹੈ। ਇਹਦੇ ਨਾਲੋਂ ਜੇ ਅੰਦਰ ਸਨੇਹ ਮਾਲਕ ਜੀ ਜਗਾ ਦੇਣ
ਤਾਂਗ ਮਾਲਕ ਜੀ ਜਗਾ ਦੇਣ, ਇੱਛਾ ਮਾਲਕ ਜੀ ਪੈਦਾ ਕਰ ਦੇਣ, ਚਾਹਨਾ ਪੈਦਾ ਕਰ ਦੇਣ, ਉਹ ਸਿਮਰਿਆ ਹੋਇਆ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਪ੍ਰਵਾਨ ਹੋ ਜਾਏ। ਹਰ ਹਰ ਜਪਨ ਜਪ ਲੋਚ ਲੋਚਾਨੀ, ਹਰ ਕਿਰਪਾ ਕਰ ਬਨਵਾਲੀ। ਹੇ ਬਨਵਾਲੀ ਪ੍ਰਭੂ, ਹੇ ਬਨਵਾਰੀ ਪ੍ਰਭੂ, ਆਪ ਤੁਸੀਂ ਰਹਿਮਤ ਕਰੋ। ਗਾਵਿਆ ਸੁਣਿਆ ਸਾਡਾ ਘਾਲ ਥਾਏ ਪੈ ਜਾਏ। ਆਪ ਰਹਿਮਤ ਕਰੋ। ਭਾਵੇਂ ਕਿ ਅਸੀਂ ਜ਼ੁਬਾਨੀ ਕਲਾਮੀ ਤੌਰ ਤੇ ਪੜ੍ਹਨੇ ਹਾਂ ਕਿ ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ। ਪਰ ਮਹਾਰਾਜ ਇਹ ਵੀ ਜਿਹੜੀ ਅਵਸਥਾ ਹੈ, ਇਹ ਵੀ ਜਿਹੜੀ ਤਾਨਾ ਅੰਦਰ ਦੀ ਇੱਛਾ ਹੈ, ਚਾਹਤ ਹੈ, ਮਾਲਕ ਜੀ ਇਹ ਵੀ ਤੁਸੀਂ ਜਗਾ ਦੇਵੋ। ਨਾਮ ਸਿਮਰਨ ਦੀ ਚਾਹਤ ਤੁਸੀਂ ਜਗਾ ਦੇਵੋ। ਬੱਧਾ ਰੁੱਧੀ ਵਾਲਾ ਕੰਮ ਨਾ ਬਣੇ। ਆਪ ਜਦੋਂ ਪ੍ਰੇਮ ਤੁਸੀਂ ਅੰਦਰ ਮਹਾਰਾਜ ਜੀ ਜਗਾ ਦੇਵੋਗੇ ਤੇ ਜਪਿਆ ਹੋਇਆ ਫਿਰ ਰਸਦਾਇਕ ਬਣ ਜਾਏਗਾ। ਹੁਣ ਜੇ ਕਿਸੇ ਨੂੰ ਭੁੱਖ ਨਹੀਂ ਹੈ, ਕੋਈ ਭੋਜਨ ਕਿਸ ਪ੍ਰਕਾਰ ਨਾਲ ਛਕੇਗਾ? ਭੋਜਨ ਪ੍ਰਸ਼ਾਦ ਨਹੀਂ ਛਕੇਗਾ। ਜੇ ਛਕੇਗਾ ਵੀ ਤਾਂ ਫਿਰ ਉਹ ਆਨੰਦ ਨਾਲ ਨਹੀਂ ਛਕੇਗਾ। ਭਾਈ ਜੇ ਅੰਦਰ ਭੁੱਖ ਹੋਵੇ ਤਾਂ ਫਿਰ ਉਹਨੂੰ ਭਾਵੇਂ ਕਿਸੇ ਰੁੱਖਾ ਮਿੱਸਾ ਵੀ ਹੋਵੇ, ਉਹ ਵੀ ਕਹੇਗਾ ਵੀ ਆਨੰਦ ਨਾਲ ਮੈਂ ਛਕਿਆ ਹੈ। ਅੰਦਰ ਚਾਹਨਾ ਹੋਵੇ ਨਾਮ ਸਿਮਰਨ ਦੀ, ਫਿਰ ਗੁਰੂ ਕਾ ਸਿੱਖ ਆਪਣੇ ਆਪ ਹੀ ਬੈਠ ਕਰਕੇ ਮਾਲਕ ਜੀ ਦੇ ਸਿਮਰਨ ਵਿੱਚ ਜੁੜੇਗਾ। ਤੇ ਮਹਾਰਾਜ ਕਹਿੰਦੇ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਬੇਨਤੀ ਪਏ ਕਰ ਰਹੇ ਹਨ, ਹਰ ਹਰ ਜਪਨ ਜਪ ਲੋਚ ਲੋਚਾਨੀ, ਹਰ ਕਿਰਪਾ ਕਰ ਬਨਵਾਲੀ। ਉਹਨਾਂ ਨੂੰ ਤਾਂ ਚਾਹਨਾ ਬਹੁਤ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਤਾਂ ਅੰਦਰ ਦੀ ਜਿਹੜਾ ਪ੍ਰੇਮ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪ੍ਰਤੀ ਉਹ ਤਾਂ ਬਹੁਤ ਹੈ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਵੱਡਾ ਸੁਖ ਪਾਇਆ। ਭੱਟ ਸਾਹਿਬਾਨ ਜੀ ਲਿਖਦੇ ਹਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਵੱਡਾ ਸੁਖ ਪਾਇਆ ਹੈ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਵਨ ਕੀ, ਬਾਛਤ ਸਿਧ ਕੋ ਵਿਦ ਮਲਾਇਓ। ਪੂਰਨ ਪਉ ਮਨ ਠੌਰ ਬਸੋ ਰਸ, ਬਾਸਣ ਉਹ ਜੋ ਦਹੰਗ ਦਿਸਤਾਇਓ। ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਣ ਤੀਰ ਵਿਪਾਸ ਬਨਾਇਓ। ਗਇਓ ਦੁਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਵੱਡਾ ਸੁਖ ਉਹਨਾਂ ਨੂੰ ਪ੍ਰਾਪਤ ਹੋਇਆ। ਬੌਲੀ ਸਾਹਿਬ ਦਾ ਨਿਰਮਾਣ ਹੋ ਰਿਹਾ ਸੀ। ਭਾਈ ਜੇਠਾ ਜੀ ਅਜੇ ਗੁਰੂ ਨਹੀਂ ਸਨ ਬਣੇ। ਸਾਰਿਆਂ ਨਾਲੋਂ ਪ੍ਰਥਮ ਉੱਠ ਕਰਕੇ ਸੇਵਾ ਵਿੱਚ ਜੁੜਦੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪ੍ਰਥਮ ਇਸ਼ਨਾਨ ਪਾਣ ਦੀ, ਆਪ ਇਸ਼ਨਾਨ ਪਾਣ ਕਰਕੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਇਸ਼ਨਾਨ ਦੀ ਸੇਵਾ ਵਿੱਚ ਜਲ ਲਿਆਉਣ ਦੀ ਸੇਵਾ ਆਪ ਜੁੜਦੇ। ਲੰਗਰਾਂ ਦੇ ਅੰਦਰ ਜਾਂਦੇ, ਸੰਗਤ ਦੀ ਸੇਵਾ ਵਿੱਚ ਜੁੜਦੇ। ਸੰਗਤ ਅਜੇ ਬੌਲੀ ਸਾਹਿਬ ਤੋਂ ਸੇਵਾ ਕਰ ਰਹਿੰਦੀ, ਨਾਸ਼ਤੇ ਦਾ ਪ੍ਰਬੰਧ ਕਰਦੇ। ਸਾਰੀ ਸੰਗਤ ਦੁਪਹਿਰ ਦੇ ਵੇਲੇ ਆਣ ਕੇ ਆਰਾਮ ਕਰਦੀ, ਫਿਰ ਆਪ ਜਾ ਕੇ ਸੰਗਤ ਦੀ ਸੇਵਾ ਵਿੱਚ ਧੰਨ ਗੁਰੂ ਰਾਮਦਾਸ ਭਾਈ ਜੇਠਾ ਜੀ ਜਿਨ੍ਹਾਂ ਦਾ ਪ੍ਰਥਮ ਨਾਮ, ਉਹ ਆਪ ਸੇਵਾ ਵਿੱਚ ਜੁੜਦੇ, ਜਿਨ੍ਹਾਂ ਦੇ ਪਾਵਨ ਪਵਿੱਤਰ ਸ਼ਬਦਾਂ ਦੇ ਆਪਾਂ ਦੀਦਾਰ ਕਰ ਰਹੇ ਹਾਂ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ। ਹਰ ਹਰ ਜਪਨ ਜਪ ਲੋਚ ਲੋਚਾਨੀ, ਹੇ ਮੇਰੇ ਮਾਲਕ ਜੀ ਅੰਦਰ ਦੀ ਤਾਨਾ ਹੈ, ਤਿਵਰ ਇੱਛਾ ਹੈ, ਤਾਂਗ ਹੈ ਆਪ ਜੀਆਂ ਦੇ ਨਾਮ ਸਿਮਰਨ ਦੀ। ਹਰ ਕਿਰਪਾ ਕਰ ਬਨਵਾਲੀ, ਹੇ ਮੇਰੇ ਮਾਲਕ ਜੀ ਆਪ ਤੁਸੀਂ ਰਹਿਮਤ ਕਰੋ। ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗ ਰਾਲੀ। ਹੇ ਮੇਰੇ ਮਾਲਕ ਜੀ ਜਨ ਨਾਨਕ ਸੰਗਤ ਸਾਧ ਹਰ ਮੇਲੋ, ਮੈਨੂੰ ਵੀ ਸੰਗਤ ਦੇ ਸੰਗ ਤੁਸੀਂ ਮਿਲਾ ਦਵੋ। ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗਰਾਲੀ। ਮੈਂ ਸਾਧਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ, ਮੈਂ ਭਲੇ ਪੁਰਖਾਂ ਦੀ ਚਰਨਾਂ ਦੀ ਧੂੜ ਬਣਾ। ਪਗਰਾਲੀ ਕਹੀਏ ਚਰਨਾਂ ਦੀ ਧੂੜ ਬਣ ਜਾਣਾ। ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗਰਾਲੀ। ਹੇ ਮੇਰੇ ਮਾਲਕ ਜੀ ਤੁਸੀਂ ਰਹਿਮਤ ਕਰੋ, ਮੈਨੂੰ ਸਮਾਂ ਬਖਸ਼ੋ। ਆਪ ਸੰਗਤ ਦੀ ਸੇਵਾ ਵਿੱਚ ਜੁੜਦਾ ਰਵਾਂ, ਸੰਗਤ ਦੇ ਵਿੱਚ ਮਿਲ ਬੈਠ ਕਰਕੇ ਭਾਵ ਉਹਨਾਂ ਸਾਧੂ ਦੇ ਚਰਨਾਂ ਦੀ ਧੂੜੀ ਦਾ ਆਨੰਦ ਮਾਣਦਾ ਰਵਾਂ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਮਹਾਰਾਜ ਜੀਆਂ ਨੇ ਇਹ ਬਿਨਾਂ ਬੇਨਤੀ
ਉਸ ਮਾਲਕ ਜੀਆਂ ਦੇ ਚਰਨ ਕਮਲਾ ਪਾਸ ਕੀਤੀ। ਪਾਵਨ ਪਵਿੱਤਰ ਮੁਬਾਰਕ ਸ਼ਬਦ ਹਮ ਅੰਧਲੇ ਅੰਧ ਵਿਖਾ ਵਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਔਰ ਸਾਨੂੰ ਕੀ ਨਾਲ ਤਾਕੀਦ ਕੀਤੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਗੁਰ ਸਿੱਖ ਮੀਤ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਗੁਰ ਸਿੱਖ ਮੀਤ ਚਲੋ। ਜੋ ਗੁਰ ਕਹੈ ਸੋਈ ਭਲ ਮਾਨੋ, ਜੋ ਗੁਰ ਕਹੈ ਸੋਈ ਭਲ ਮਾਨੋ, ਜੋ ਗੁਰ ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਕਹੇ ਅਰਦਾਸ, ਜਿਉ ਪਿੰਡ ਸਭ ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਕੋਈ ਨ ਜਾਣੈ, ਉਚੇਤੀ ਸਗਲ ਸਮਗਰੀ ਤੁਮਰਾ ਸੂਤਰ ਤਾਰੇ, ਤੁਮਰੀ ਗਾਤ ਮੇਤ ਤੁਮ ਹੀ ਜਾਣੇ, ਤੁਮਰੀ ਗਾਤ ਮੇਤ ਤੁਮ ਹੀ ਜਾਣੇ, ਨਾਨਕ ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਈ। ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੀ ਦਸਵੇਂ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲੈਂਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਤਾਈ। ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ
ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀਓ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਸੱਚਖੰਡ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਸਤਿਗੁਰੂ ਜੀਓ ਸ੍ਰੀ ਆਸਾ ਕੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਗਾਇਣ ਉਪਰੰਤ ਮੁਖ ਵਾਕ ਗੁਰ ਸ਼ਬਦ ਵਿਚਾਰਾ ਹੋਈਆਂ ਸਤਿਗੁਰੂ ਜੀਓ ਆਪ ਜੀ ਦੇ ਸੇਵਕਾਂ ਪਾਸੋਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੇ ਜੇ ਅਗਾਹ ਤੋਂ ਸੋਧ ਤੇ ਸਪਸ਼ਟ ਗੁਰਬਾਣੀ
ਪੜਨ ਸੁਨਣਾ ਅਤੇ ਸੇਵਾ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨੇ। ਸਤਿਗੁਰੂ ਜੀਓ ਪੜੀ ਸੁਣੀ ਗਈ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦਸਰਿਆਂ ਦੇ ਹਿਰਦਿਆਂ ਤੇ ਵਸਾਵਨਾ। ਦਰੋਂ ਘਰੋਂ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨੇ। ਸਤਿਗੁਰੂ ਜੀਓ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਹੈ। ਸਤਿਗੁਰੂ ਜੀਓ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾ ਪਾਤਸ਼ਾਹੋ ਨਿਹਚਲ ਚੌਰ ਛਤ। ਛੇਵੇਂ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਹਾਰੇ। ਸਤਿਗੁਰੂ ਜੀਓ ਅੱਜ ਦੇ ਦਿਨ ਆਪ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਅੱਜ ਦੇ ਦਿਨ ਸੱਚੇ ਪਾਤਸ਼ਾਹ ਜੀਓ ਅਕਾਲ ਤਖਤ ਦੇ ਸਿਰਜਣ ਸੱਚੇ ਪਾਤਸ਼ਾਹ ਜੀਓ ਦਿਵਸ ਨੂੰ ਮਨਾਉਂਦਿਆਂ ਹੋਇਆਂ ਆਪ ਜੀ ਦੀਆਂ ਸਿੱਖ ਸੰਗਤਾਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਤੇਲ ਫੁੱਲ ਭੇਟਾਵਾਂ ਦਰ ਪ੍ਰਵਾਨ। ਯਾਤਰਾ ਸਫਲ ਕਰਨੇ ਜੇ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ। ਸਰਬੱਤ ਦੀਆਂ ਸੋਭ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨੀਆਂ। ਆਪ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਸੁਮਤ ਪ੍ਰਦਾਨ ਕਰਨਾ ਜੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ। ਸਰਬੱਤ ਦੇ ਕਾਰਜ ਰਾਸ ਕਰਨੇ। ਸਤਿਗੁਰੂ ਜੀਓ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਖਜ਼ਾਨਿਆਂ ਵਿੱਚੋਂ ਆਪ ਜੀ ਦੀਆਂ ਸਿੱਖ ਸੰਗਤਾਂ ਵੱਲੋਂ ਪਾਵਨ ਕੜਾਹ ਪ੍ਰਸਾਦ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸਾਦ ਸੰਗਤ ਵਿੱਚ ਵਰਤਾਵਨ ਦੀ ਆਗਿਆ ਬਖਸ਼ੋ ਜੇ। ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਿਰਤਾਰਥ ਕਰੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੇ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ। ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਹੱਥ ਕਲਮ ਗਮ ਮਸਤਕ ਲੇਖਾਵਤੀ ਉਰਜਰਿਓ ਸਭ ਸੰਗ ਨੂੰ ਪੁਰਪਾਵਤੀ। ਉਸਤਤ ਕਹਿਨ ਨਾ ਜਾਏ ਮੁਖੋ ਤੁਹਾਰੀਆ। ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾਂ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਸੁਣਿਆ
ਮਾਰੇ ਜਨ ਇੱਕ ਕਰੋ ਬੇਨੰਤੀਆ। ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋਂ ਖੋਜੰਤੀਆ। ਤਿਸ 10 ਪਿਆਰੇ ਸਿਰ ਧਰੀ ਉਤਾਰੇ ਇੱਕ ਪੂਰੀ ਦਰਸ਼ਨ ਦੀਜੈ। ਨੈਣ ਮਾਰੇ ਪ੍ਰੈ ਰੰਗ ਰੰਗਾਰੇ ਇੱਕ ਤਿਲ ਪੀ ਨਹਾ ਤੀਰੀਜੈ। ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤੇ ਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ। ਸੁਖਾ ਟਲ ਗੁਰ ਅਹਨਿਸ ਸਹਜ ਦਰਸ਼ਨ ਪਰਸਿਆ। ਗੁਰੂ ਜਨਮ ਮਰਨ ਦੁਖ ਹੋਵੈ ਸਿਫਤ ਖਸ ਨੂਰ ਅਰਸਾ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਸਜਣਾ ਸੱਚਾ ਪਾਤਸ਼ਾਹ। ਸਿਰ ਸਾਹਾਂ ਦਾ ਜਿਸ ਪਾਸ ਬੈਠਿਆ ਸਭਨਾ ਦਾਵੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਬਿਖਾ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਹਮ ਅੰਧਲੇ ਅੰਧਾ ਬਿਖਾ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਗੁਰ ਸਿੱਖ ਮੀਤਾ ਚਲੋ ਗੁਰ ਚਾਲੀ। ਜੋ ਗੁਰ ਕਹਾ ਸੋਈ ਭਲ ਮਾਨਹੁ। ਹਰ ਹਰ ਕਥਾ ਨਿਰਾਲੀ ਰਹਾਉ। ਹਰ ਕੇ ਸੰਤ ਸੁਨਹੁ ਜਨ ਭਾਈ। ਗੁਰ ਸੇਵਹੁ ਬੇਗ ਬਿਗਾਲੀ। ਸਤਿਗੁਰ ਸੇਵ ਖਰਚ ਹਰ ਬੰਦਹੁ। ਮਤ ਜਾਣਹੁ ਆਜ ਕੇ ਕਾਲੀ। ਹਰ ਕੇ ਸੰਤ ਜਪੋ ਹਰ ਜਪਨਾ। ਹਰ ਸੰਤ ਚੱਲੈ ਹਰ ਨਾਲੀ। ਜਿਨ ਹਰ ਜਪਿਆ ਸੇ ਹਰ ਹੋਏ। ਹਰ ਮਿਲਿਆ ਕੇਲ ਕੇ ਲਾਲੀ। ਹਰ ਹਰ ਜਪਨ ਜਪ ਲੋਚ ਲੋਚਾਨੀ। ਹਰ ਕਿਰਪਾ ਕਰ ਬਨਵਾਲੀ। ਜਨ ਨਾਨਕ ਸੰਗਤ ਸਾਧ ਹਰ ਮਿਲਹੁ। ਹਮ ਸਾਧ ਜਨਾ ਪਗਰਾਲੀ। ਹਰ ਹਰ ਜਪਨ ਜਪ ਲੋਚ ਲੋਚਾਨੀ। ਹਰ ਕਿਰਪਾ ਕਰ ਬਨਵਾਲੀ। ਜਨ ਨਾਨਕ ਸੰਗਤ ਸਾਧ ਹਰ ਮਿਲਹੁ। ਹਮ ਸਾਧ ਜਨਾ ਪਗਰਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤ ਵਾਹਿਗੁਰੂ ਵਾਹਿਗੁਰੂ।
ਜਪੋ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ ਵਾਹਿਗੁਰੂ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ। ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼੍ਰੀ ਵਾਹਿਗੁਰੂ तेरे कवन कवन गुण कह कह गावा तू साहिब गुणी निधाना तुमरी महिमा बरन ना सको तू ठाकुर पूछ भगवाना जे तू तुठा कृपा निधान ना दूजा वे खाल
ਇਹਾ ਪਾਈ ਮੂੰ ਦਾਤੜੀ, ਇਹਾ ਪਾਈ ਮੂੰ ਦਾਤੜੀ, ਨਿਤ ਹਿਰਦੈ ਰੱਖਾਂ ਸਮਾਲ, ਨਿਤ ਹਿਰਦੈ ਰੱਖਾਂ ਸਮਾਲ। ਨਿਮਾਣਿਆ ਕੇ ਮਾਣ, ਨਿਤਾਣਿਆ ਕੇ ਤਾਣ, ਨੇ ਓਟਿਆ ਕੀ ਓਟ, ने आसरियां का आसरा, अनद गुणी निधान, गुरु गरीब निवाज, गरीब निवाज, गरीब निवाज। प्रातः काल हर नाम उचारी, 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 प्रातः काल हर नाम उचारी। इत ऊत की ओट सवारी, इत ऊत की ओट सवारी, प्रातः काल हर नाम उचारी, प्रातः काल हर नाम उचारी। इत ऊत की ओट सवारी, इत ऊत की ओट सवारी, इत ऊत की ओट सवारी, प्रातः काल हर नाम उचारी, प्रातः काल हर नाम उचारी। प्रातः काल हर नाम उचारी, प्रातः काल हर नाम उचारी। सदा सदा जपिए हर नाम, सदा सदा जपिए हर नाम, पूर्ण हो मन के काम। पूर्ण हो
ਪਿਆਰੀ। ਪ੍ਰਾਤਿ ਕਾਲ